ਜਾਗ ਜਾਓ ਢਾਲੀਵਾਲ ਜੀ ਤੇ ਭਗਵੰਤ ਮਾਨ ਜੀ ਦੋਨੋਂ ਮਿਲ ਕੇ ਘੱਟੋ ਘੱਟ ਉਹ ਬੰਦੇ ਕਿਸਾਨ ਜਿਹੜੇ ਜਨ ਸਧਾਰਨ ਕਿਸਾਨ ਆ ਜਿਨ੍ਹਾਂ ਨੇ ਜੰਗਲਾਂ ਨੂੰ ਆਬਾਦ ਕਰ ਕਰਕੇ ਤੇ ਰੋਟੀ ਖਾਣ ਲਾਇਆ ਤੇ ਦੇਸ਼ ਨੂੰ ਅਨਾਜ ਦਿੱਤਾ ਪੈਦਾ ਕਰਕੇ ਅੱਜ ਤੁਸੀਂ ਉਹਨਾਂ ਜ਼ਮੀਨਾਂ ਤੋਂ ਉਹਨਾਂ ਨੂੰ ਬਰਖਾਸਤ ਕਰੋਗੇ, ਬਾਹਰ ਕਰੋਗੇ। ਕਈ ਪੀੜ੍ਹੀਆਂ ਤੋਂ ਵਾਰੇ ਆ ਇਸ ਗੱਲ ਕਰਕੇ ਕਹਿ ਕੇ ਉਠਾਇਆ ਜਾ ਰਿਹਾ ਕਿ ਇਹ ਸਰਕਾਰੀ ਜ਼ਮੀਨਾਂ, ਇਹ ਤਾਂ ਪੰਚਾਇਤ ਦੀਆਂ ਜ਼ਮੀਨਾਂ, ਤੁਸੀਂ ਕੌਣ ਹੁੰਦੇ ਆ, ਤੁਸੀਂ ਕਿਤੋਂ ਮਾਲਕ ਬਣ ਕੇ ਬਹਿ ਇਹ ਉਹਨਾਂ ਦੀਆਂ ਥਾਲੀਆਂ ਚੋਂ ਬਣੀ ਬਣਾਤੀ ਰੋਟੀ ਮੂੰਹ 'ਚ ਪੈਣ ਦੀ ਜਗ੍ਹਾ ਚੁੱਕ ਕੇ ਲਿਜਾ ਰਹੇ ਆ। ਜੇ ਤੇ ਸਰਕਾਰ ਆਉਣ ਵਾਲੇ 2 ਹਫ਼ਤਿਆਂ ਦੇ ਅੰਦਰ ਸਮਝ ਜਾਂਦੀ ਹੈ ਤੇ ਵਾਹਵਾ ਭਲੀ, ਨਹੀਂ ਤਾਂ ਖਾਟ ਖੜੀ ਕਰਨੀ ਪਊਗੀ। ਹੋਰ ਕੋਈ ਤਰੀਕਾ ਹੀ ਨਹੀਂ ਹੈ ਸਾਡੇ ਕੋਲ। ਕਿਹੜਾ ਤਰੀਕਾ ਹੈ? ਜਿਹਦੀ ਤੁਸੀਂ ਜ਼ਮੀਨ ਖੋਹ ਲਈ, ਸਮਝ ਲਓ ਉਹਨੂੰ ਖਤਮ ਕਰ ਦਿਓ। ਜੇ ਤੁਹਾਨੂੰ ਵਾਕਿਆ ਹੀ ਲੱਗਦਾ ਕਿ ਬਹੁਤ ਵੱਡੇ ਬੰਦਿਆਂ ਨੇ ਕੋਈ ਜ਼ਮੀਨਾਂ ਦੱਬੀਆਂ ਹੈਗੀਆਂ, ਦੱਬੀਆਂ ਚੰਡੀਗੜ੍ਹ ਦੇ ਆਸ-ਪਾਸ ਵੀ ਹੈਗੀਆਂ। ਜਸਟਿਸ ਕੁਲਦੀਪ ਸਿੰਘ ਦੀ ਕਮੇਟੀ ਨੇ ਦੱਸਿਆ ਹੋਇਆ ਕਿ ਕਿਹਦੇ ਕੋਲ ਕਿੰਨੀ ਜ਼ਮੀਨ ਆ, ਲੈ ਲਓ ਉਹਨਾਂ ਤੋਂ ਵਾਪਸ, ਤੁਹਾਨੂੰ ਕੋਈ ਨਹੀਂ ਰੋਕਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਕਰਵਾਉਣੇ ਦੇ ਅਸੀਂ ਮੋਹਾਲੀ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਮਹਾਪੰਚਾਇਤ ਚੱਪੜਚਿੜੀ ਦੇ ਵਿੱਚ ਰੱਖੀ ਗਈ ਹੈ। ਆਮ ਆਦਮੀ ਪਾਰਟੀ ਦੇ ਜੋ ਕਿ ਫੈਸਲੇ ਲੈ ਗਏ ਉਸ ਦੇ ਵਿਰੁੱਧ ਰੱਖੀ ਗਈ ਹੈ। ਪ੍ਰੋਫੈਸਰ ਮਨਜੀਤ ਸਿੰਘ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਾਂਗੇ। ਸਰ, ਅੱਜ ਮਹਾਪੰਚਾਇਤ ਰੱਖੀ ਗਈ ਹੈ, ਮੁੱਖ ਮੁੱਦਾ ਕੀ ਹੈ ਇਹਦਾ? ਦੇਖੋ, ਪੰਜਾਬ ਦੇ ਵਿੱਚ ਉਹ ਸਾਰੇ ਕਿਸਾਨ ਮਜ਼ਦੂਰ, ਖਾਸ ਕਰਕੇ ਜਿਹੜੇ ਕਿਸਾਨ ਜਿਨ੍ਹਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਜਿਹੜੀਆਂ ਕਈ ਪੀੜ੍ਹੀਆਂ ਤੋਂ ਵਾਰੇ ਆ, ਇਸ ਗੱਲ ਕਰਕੇ ਕਹਿ ਕੇ ਉਠਾਇਆ ਜਾ ਰਿਹਾ ਕਿ ਇਹ ਸਰਕਾਰੀ ਜ਼ਮੀਨਾਂ, ਇਹ ਤਾਂ ਪੰਚਾਇਤ ਦੀਆਂ ਜ਼ਮੀਨਾਂ, ਤੁਸੀਂ ਕੌਣ ਹੁੰਦੇ ਆ, ਤੁਸੀਂ ਕਿਤੋਂ ਮਾਲਕ ਬਣ ਕੇ ਬਹਿ ਇਹ ਉਹਨਾਂ ਦੀਆਂ ਥਾਲੀਆਂ ਚੋਂ ਬਣੀ ਬਣਾਤੀ ਰੋਟੀ ਮੂੰਹ 'ਚ ਪੈਣ ਦੀ ਜਗ੍ਹਾ ਚੁੱਕ ਕੇ ਲਿਜਾ ਰਹੇ ਆ। ਇਸ ਗੱਲ ਦੀਆਂ ਇੰਪਲੀਕੇਸ਼ਨ ਸਮਝ ਲੈਣ। ਇਸ ਕਿਸਾਨ ਹਿੱਤ ਸੰਘਰਸ਼ ਕਮੇਟੀ ਬਣੀ ਆ, ਉਹਦੇ ਬੈਨਰ ਹੇਠ ਅੱਜ ਇੱਥੇ ਇਕੱਠ ਹੋਇਆ। ਪਹਿਲਾਂ ਛੋਟੀਆਂ ਮੀਟਿੰਗਾਂ ਹੋਈਆਂ ਸੀ, ਮੈਂ ਵੀ ਸ਼ਾਮਲ ਸੀ। ਅੱਜ ਇਹ ਇਕੱਠ ਹੋਇਆ। ਇਹ ਤੋਂ ਬਾਅਦ ਅੱਜ ਦੇ ਇਕੱਠ ਤੋਂ ਬਾਅਦ ਹਰ ਜ਼ਿਲ੍ਹੇ ਵਿੱਚ ਕਮੇਟੀਆਂ ਬਣ ਰਹੀਆਂ ਜਿਹੜੀਆਂ ਡਿਫੈਂਸ ਦੇਣਗੀਆਂ ਕਿਸਾਨ ਹਿੱਤ ਸੰਘਰਸ਼ ਕਮੇਟੀ ਦੇ ਨਾਂ ਤੇ। ਤੇ ਜੇ ਤੇ ਸਰਕਾਰ ਆਉਣ ਵਾਲੇ 2 ਹਫ਼ਤਿਆਂ ਦੇ ਅੰਦਰ ਸਮਝ ਜਾਂਦੀ ਹੈ ਤੇ ਵਾਹਵਾ ਭਲੀ, ਨਹੀਂ ਤਾਂ ਖਾਟ ਖੜੀ ਕਰਨੀ ਪਊਗੀ। ਹੋਰ ਕੋਈ ਤਰੀਕਾ ਹੀ ਨਹੀਂ ਹੈ ਸਾਡੇ ਕੋਲ। ਕਿਹੜਾ ਤਰੀਕਾ ਹੈ? ਜਿਹਦੀ ਤੁਸੀਂ ਜ਼ਮੀਨ ਖੋਹ ਲਈ, ਸਮਝ ਲਓ ਉਹਨੂੰ ਖਤਮ ਕਰ ਦਿਓ। ਪਿੰਡ ਦੇ ਵਿੱਚ ਜਿਹੜੀ ਜ਼ਮੀਨ ਆ ਉਹ ਬੰਦੇ ਦਾ ਸਮਾਜਿਕ ਰੁਤਬਾ ਵੀ ਆ, ਆਰਥਿਕ ਸਾਧਨ ਵੀ ਹੈ, ਉਹਦਾ ਰੁਜ਼ਗਾਰ ਵੀ ਹੈਗਾ, ਉਹਦਾ ਇੱਕ ਭਾਵਕ ਸਟੇਕ ਵੀ ਹੈਗੀ ਹੈ। ਉਹਦੇ ਬਗੈਰ ਉਹ ਬਚ ਨਹੀਂ ਸਕਦਾ। ਦੁਨੀਆ ਉਹਦੀ ਪੂਰੀ ਦੁਨੀਆ ਆ। ਤੁਸੀਂ ਜਿਹਦੀ ਦੁਨੀਆ ਲੁੱਟ ਲੋਗੇ ਉਹ ਫਿਰ ਚੁੱਪ ਰਹੂਗਾ। ਇਸ ਲਈ ਅਸੀਂ ਇਹ ਵਾਰਨਿੰਗ ਤੇ ਚੇਤਾਵਨੀ ਦੇਣ ਲਈ ਇਕੱਠੇ ਹੋਏ ਹਾਂ ਕਿ ਜਾਗ ਜਾਓ ਢਾਲੀਵਾਲ ਜੀ ਤੇ ਭਗਵੰਤ ਮਾਨ ਜੀ ਦੋਨੋਂ ਮਿਲ ਕੇ ਘੱਟੋ ਘੱਟ ਉਹ ਬੰਦੇ ਕਿਸਾਨ ਜਿਹੜੇ ਜਨ ਸਧਾਰਨ ਕਿਸਾਨ ਆ ਜਿਨ੍ਹਾਂ ਨੇ ਜੰਗਲਾਂ ਨੂੰ ਆਬਾਦ ਕਰ ਕਰਕੇ ਤੇ ਰੋਟੀ ਖਾਣ ਲਾਇਆ ਤੇ ਦੇਸ਼ ਨੂੰ ਅਨਾਜ ਦਿੱਤਾ ਪੈਦਾ ਕਰਕੇ ਅੱਜ ਤੁਸੀਂ ਉਹਨਾਂ ਜ਼ਮੀਨਾਂ ਤੋਂ ਉਹਨਾਂ ਨੂੰ ਬਰਖਾਸਤ ਕਰੋਗੇ, ਬਾਹਰ ਕਰੋਗੇ, ਪ੍ਰਤਾੜਿਤ ਕਰੋਗੇ। ਇਹ ਨਹੀਂ ਹੋਊਗਾ। ਉਹ ਕਿਸਾਨ ਪਹਿਲਾਂ ਹੀ ਬੜੇ ਗਰਮ ਆ। ਪਹਿਲਾਂ ਹੀ ਉਹਨਾਂ ਨੇ ਦਿੱਲੀ, ਤੁਸੀਂ ਮੋਰਚਾਬੰਦੀ ਸਾਰੇ ਦੇਖੇ, ਤੁਸੀਂ ਵੀ ਉੱਥੇ ਹੀ ਸੀਗੇ। ਹੁਣ ਤੱਤੀ ਗੱਲ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਆਪ ਛਾਲ ਮੱਤ ਮਾਰੋ। ਇੱਥੇ ਦੇ ਜਿਹੜਾ ਵੜਦਾ ਉਹ ਭਸਮ ਹੋ ਜਾਂਦਾ। ਇਸ ਲਈ ਸਾਡੀ ਬੇਨਤੀ ਇਹ ਹੀ ਹੈ ਸਰਕਾਰ ਨੂੰ ਕਿ ਇਹਨਾਂ ਲੋਕਾਂ ਦਾ ਦਰਦ ਨੂੰ ਸਮਝੋ। ਜੇ ਤੁਹਾਨੂੰ ਵਾਕਿਆ ਹੀ ਲੱਗਦਾ ਕਿ ਬਹੁਤ ਵੱਡੇ ਬੰਦਿਆਂ ਨੇ ਕੋਈ ਜ਼ਮੀਨਾਂ ਦੱਬੀਆਂ ਹੈਗੀਆਂ, ਦੱਬੀਆਂ ਚੰਡੀਗੜ੍ਹ ਦੇ ਆਸ-ਪਾਸ ਵੀ ਹੈਗੀਆਂ। ਜਸਟਿਸ ਕੁਲਦੀਪ ਸਿੰਘ ਦੀ ਕਮੇਟੀ ਨੇ ਦੱਸਿਆ ਹੋਇਆ ਕਿ ਕਿਹਦੇ ਕੋਲ ਕਿੰਨੀ ਜ਼ਮੀਨ ਆ, ਲੈ ਲਓ ਉਹਨਾਂ ਤੋਂ ਵਾਪਸ, ਤੁਹਾਨੂੰ ਕੋਈ ਨਹੀਂ ਰੋਕਦਾ। ਅਸੀਂ ਵੀ ਤੁਹਾਡੇ ਨਾਲ ਆ। ਪਰ ਜਿਹੜੇ ਜਨ ਸਧਾਰਨ ਲੋਕ ਆਪਣੀ ਕਈ ਵਾਰੀ ਅਗਿਆਨਤਾ ਕਰਕੇ, ਅਣਜਾਣਪੁਣੇ 'ਚ ਜਾਂ ਕਿਸੇ ਰੈਵਨਿਊ ਡਿਪਾਰਟਮੈਂਟ ਦੀਆਂ ਚਾਬੀਆਂ ਮਰੋੜ ਕੇ ਹੇਰਾ ਫੇਰੀ ਕਰਕੇ ਰਿਕਾਰਡ ਦੇ ਵਿੱਚ, ਤਾਂ ਕਈ ਕਾਰਨ ਹੁੰਦੇ ਆ। ਜ਼ਮੀਨ ਦੇ ਮਾਮਲੇ ਬੜੇ ਪੇਚੀਦਾ ਹੁੰਦੇ ਆ। ਕਾਰਨ ਕੋਈ ਵੀ ਹੋਵੇ, ਜਿਹੜੇ ਅੱਜ ਰੋਟੀ ਖਾ ਰਹੇ ਆ ਉਹਨਾਂ ਨੂੰ ਉਜਾੜੋ ਮਤ, ਸਗੋਂ ਇਹੋ ਜਿਹਾ ਕਾਨੂੰਨ ਲੈ ਕੇ ਆਓ ਕਿ ਉਹ ਉਹਨਾਂ ਦੇ ਨਾਂ 'ਤੇ ਜ਼ਮੀਨਾਂ ਪੱਕੀਆਂ ਹੋ ਜਾਣ ਤਾਂ ਕਿ ਗਾਂਹ ਲਈ ਕਦੀ ਇਹ ਦੁਬਾਰਾ ਮਾਮਲਾ ਨਾ ਉੱਠੇ। ਹਾਲਤ ਇਹ ਬਣੀ ਅੱਜ ਆ ਬੰਦੇ ਦੱਸ ਕੇ ਗਏ ਆ ਕਿ ਜਿਹੜੀਆਂ ਜ਼ਮੀਨਾਂ ਸਰਕਾਰ ਨੇ ਖੁਦ ਨਿਲਾਮੀ ਕਰਕੇ ਸਰਟੀਫਿਕੇਟ ਵੀ ਦਿੱਤੇ ਹੋਏ ਆ ਉਹਨਾਂ ਨੂੰ ਕਿ ਅਸੀਂ ਤੁਹਾਨੂੰ ਵੇਚਤੀਆਂ, ਇਹ ਤੁਹਾਡੇ ਨਾਂ 'ਤੇ ਰਜਿਸਟਰ ਹੋ ਗਈਆਂ, ਉਹ ਵੀ ਜ਼ਮੀਨਾਂ ਤੁਸੀਂ ਖੋਹਣ 'ਤੇ ਆ ਗਏ ਆ। ਇਹ ਧੱਕਾ ਕੋਈ ਬਰਦਾਸ਼ਤ ਨਹੀਂ ਕਰੂਗਾ। ਗੱਲ ਕੀਤੀ ਹੈ 50,000 ਏਕੜ ਜੋ ਕਿ ਜ਼ਮੀਨ ਸਰਕਾਰ ਵੱਲੋਂ ਛਡਾਉਣ ਦੀ ਇੱਕ ਗੱਲ ਆਖੀ ਜਾ ਰਹੀ ਹੈ ਕਿ 50,000 ਕਿੱਲੇ ਜੋ ਕਿ ਉਰੇ ਪੰਜਾਬ ਦੇ ਵਿੱਚ ਨੇ ਕੁੱਲ। ਕਿਵੇਂ ਦੇਖਦੇ ਹੋ? ਕਿਸਾਨਾਂ ਦੀ ਗੱਲ ਵੀ ਕੀਤੀ ਗਈ ਹੈ ਕਿ ਕਿਸਾਨਾਂ ਨੂੰ ਬਣਦਾ ਹੱਕ ਉਹਨਾਂ ਦਾ ਦਿੱਤਾ ਜਾਵੇਗਾ ਵੀ ਜਿਹੜੇ 2, 2.5, 3 ਕਿੱਲੇ ਵਾਲਿਆਂ ਨੂੰ
ਬਣਦੀ ਜ਼ਮੀਨ ਦਿੱਤੀ ਜਾਊਗੀ ਵੀ ਉਹਨਾਂ ਦੀ ਨਹੀਂ ਦਿੱਤੀ ਜਾਊਗੀ, ਕਿਵੇਂ ਦੇਖਦੇ ਤੁਸੀਂ ਚੀਜ਼ ਨੂੰ? ਜ਼ਮੀਨ ਤੇ ਨਹੀਂ ਵੱਧ ਰਹੀ, ਜਨਸੰਖਿਆ ਵੱਧ ਰਹੀ ਹੈ, ਜ਼ਮੀਨ ਕਿੱਥੋਂ ਦੇ ਦੇਣਗੇ? ਹੇਰਾ ਫੇਰੀ ਹੈ। ਇਹ ਕੀ ਗੱਲ ਹੋਈ ਕਿ ਪਹਿਲਾਂ ਲਵਾਂਗੇ ਫਿਰ ਦੇਵਾਂਗੇ? ਇਹਦਾ ਕੋਈ ਮਤਲਬ ਨਹੀਂ ਹੈ। ਜਿਨ੍ਹਾਂ ਕੋਲ ਹੈਗੀ ਆ ਰਹਿਣ ਦਿਓ। ਪਰ ਜੇ ਕਿਤੇ ਨਜਾਇਜ਼ ਕਿਸੇ ਨੇ ਕਬਜ਼ੇ ਕੀਤੇ ਆ, ਮੰਨ ਲਓ ਕੋਈ 100 ਏਕੜ ਜ਼ਮੀਨ ਆ, ਬਹੁਤ ਵੱਡੇ ਪੋਲੀਟੀਸ਼ੀਅਨਾਂ ਨੇ ਕਿਸੇ ਅਸਰ ਰਸੂਖ ਵਾਲੇ ਬੰਦਿਆਂ ਨੇ ਦੱਬੀ ਆ, ਉਹ ਸਾਰਾ ਪਿੰਡ ਤੁਹਾਡੇ ਨਾਲ ਹੋਊਗਾ ਤੇ ਪਿੰਡ ਦੀ ਜ਼ਮੀਨ ਹੋ ਜਾਊਗੀ, ਤੁਹਾਨੂੰ ਕੋਈ ਦਿੱਕਤ ਨਹੀਂ ਉਹਦੇ 'ਚ। ਪਰ ਤੁਸੀਂ ਆਮ ਬੰਦਿਆਂ ਨੂੰ, ਜਿਵੇਂ ਛਤਰਾਣਾ ਵਾਲੇ 4 ਪਿੰਡ ਆ, 800 ਘਰ ਆ, ਹਾਂ, ਉਹਨਾਂ ਨੇ ਕਿਹਾ ਸਾਡੇ ਪਿੰਡ 'ਚ ਵੜ ਕੇ ਦੱਸੋ, ਗੋਲੀਆਂ ਚੱਲ ਜਾਣਗੀਆਂ, ਜੋ ਮਰਜ਼ੀ ਹੋਵੇ, ਸਾਡਾ ਅਸੀਂ ਮਰਨ ਲਈ ਤਿਆਰ ਹਾਂ ਪਰ ਅਸੀਂ 1 ਇੰਚ ਨਹੀਂ ਦੇਣੀ। ਫਿਰ ਉਹ ਹਾਲਾਤ ਕਰਨੇ ਆ ਤੁਸੀਂ, ਉਹ ਨਾ ਕਰੋ। ਦੂਸਰੀ ਗੱਲ, ਮੈਨੂੰ ਇਹ ਸਾਰੇ ਮਾਮਲੇ ਦੇ ਵਿੱਚ ਕਾਲਾ ਵੀ ਲੱਗਦਾ। ਇਹ ਭਾਈ ਸਾਹਿਬ ਕੇਜਰੀਵਾਲ ਆ ਪਿੱਛੇ, ਉਹਦਾ ਦਿਮਾਗ ਆ, ਉਹ ਛੋਟੀ ਚੀਜ਼ ਨਹੀਂ ਹੈ। ਜ਼ਮੀਨ ਤੇ 1 ਏਕੜ ਵੀ ਹੋ ਜੇ ਕਿਸੇ ਕੋਲ ਤੇ ਉਹਦਾ ਬਾਰੇ ਨਿਆਰੇ ਹੋ ਜਾਂਦੇ ਆ। ਇਹ 50,000 ਏਕੜ ਜ਼ਮੀਨ ਗੱਲ ਕਰਦੇ ਆ। ਇੱਕ ਨਵਾਂ ਮਾਫੀਆ ਪੈਦਾ ਹੋਊਗਾ ਜਿਹੜਾ ਕੇਜਰੀਵਾਲ ਨੂੰ ਪੁੱਛ ਕੇ ਚੱਲਿਆ ਕਰੂਗਾ। ਇੱਥੇ ਲੈਂਡ ਮਾਫੀਆ, ਭੂ ਮਾਫੀਆ ਇੱਕ ਅਲੱਗ ਕਿਸਮ ਦਾ ਪੈਦਾ ਹੋ ਜਾਊਗਾ। ਸਾਨੂੰ ਇਹ ਸ਼ੱਕ ਆ ਕਿ ਇਹਦੇ ਪਿੱਛੇ ਕੋਈ ਵੱਡੀ ਸਕੀਮ ਆ, ਨਹੀਂ ਤੇ ਆਮ ਆਦਮੀ ਦੀ ਸਰਕਾਰ ਹੋਵੇ ਤੇ ਆ ਜਿਹੜੇ ਆਮ ਆਦਮੀ ਬੈਠੇ ਆ, ਅਜੇ ਜੁਮਾ 2 ਮਹੀਨੇ ਦੀ ਸਰਕਾਰ ਆ, ਉਹਨਾਂ ਦੇ ਡਾਂਗਾਂ ਚੱਕ ਲਏ। ਜਦ ਤੱਕ ਕੋਈ ਵੱਡਾ ਪਿੱਛੇ ਕਾਰੋਬਾਰੀਆਂ ਦਾ, ਕਾਰਪੋਰੇਟਾਂ ਦਾ ਜੋ ਡਿਜ਼ਾਈਨ ਨਹੀਂ ਹੋਊਗਾ ਤੇ ਇੰਨਾ ਰਿਸਕ ਘੱਟੋ ਘੱਟ ਭਗਵੰਤ ਮਾਨ ਨਹੀਂ ਲੈ ਸਕਦਾ। ਕੇਜਰੀਵਾਲ ਤੇ ਭਾਵੇਂ ਲੈ ਲੇ, ਤੇ ਜੇ ਭਗਵੰਤ ਮਾਨ ਤੇ ਧਾਲੀਵਾਲ ਇਹ ਰਿਸਕ ਲੈ ਰਹੇ ਆ, ਇਹਦਾ ਮਤਲਬ ਹੈ ਕਿ ਕਿਤੇ ਸਟੇਕਸ ਵੱਡੀਆਂ ਹੈਗੀਆਂ ਔਰ ਉਹਦੇ ਤੋਂ ਇਹ ਕੋਈ ਵੱਡਾ ਡਿਜ਼ਾਈਨ ਕੇਜਰੀਵਾਲ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਬਣਾਉਣ ਵੱਲ ਦੇਖ ਰਹੇ ਹੋਣਗੇ। ਸਾਨੂੰ ਇਸ ਗੱਲ ਦਾ ਸ਼ੰਕਾ। ਮੈਂਬਰਿਕ ਕਮੇਟੀ ਵੀ ਬਣਾਈ ਗਈ ਆ, ਕਿਵੇਂ ਦੇਖਦੇ ਹੋ ਵੀ ਕਿਸਾਨਾਂ ਵਾਸਤੇ ਖਾਸ ਤੌਰ ਤੇ ਜਦੋਂ ਕਿਸਾਨਾਂ ਦੀ ਐਸਕੇਐਮ ਦੀ ਮੀਟਿੰਗ ਹੋਈ ਸੀਗੀ ਉਸ ਤੋਂ ਬਾਅਦ 9 ਮੈਂਬਰੀ ਕਮੇਟੀ ਬਣਾਈ ਗਈ ਆ, ਕਿਵੇਂ ਦੇਖਦੇ ਹੋ ਮੇਰੇ ਚੀਜ਼ ਨੂੰ? ਦੇਖੋ, ਐਸਕੇਐਮ ਹੁਣ ਇਕੱਠੀ ਨਹੀਂ ਹੈ। ਉਹ ਕਮੇਟੀ, ਜੇ ਤੁਸੀਂ ਜੱਫੀਆਂ ਪਾਉਣ ਵਾਲਿਆਂ ਦੀ ਕਮੇਟੀ ਬਣਾਓਗੇ ਤੇ ਉਹਦੇ ਰਿਜ਼ਲਟ ਵੀ ਜੱਫੀਆਂ ਪਾਉਣ ਵਾਲੇ ਹੀ ਹੋਣਗੇ। ਮੈਨੂੰ ਨਹੀਂ ਬਹੁਤਾ, ਮੈਂ ਕਿਸੇ ਨੂੰ ਮਾੜਾ ਚੰਗਾ ਨਹੀਂ ਕਹਿਣਾ ਚਾਹੁੰਦਾ, ਪਰ ਇਹ ਮੁੱਦਾ ਬਿਲਕੁਲ ਅਲੱਗ ਆ। ਇਹਦੇ ਤੇ ਸਾਰੀਆਂ ਕਿਸਾਨ ਜਥੇਬੰਦੀਆਂ 32 ਦੀਆਂ 32 ਦਾ ਬਿਆਨ ਆਉਣਾ ਚਾਹੀਦਾ, ਕਿਉਂਕਿ ਉਹਨਾਂ ਦੇ ਹੀ ਜਿਹੜੇ ਵੋਟਰ ਆ ਜਾਂ ਪੈਰੋਕਾਰ ਆ ਕਿਸਾਨ, ਉਹਨਾਂ ਨੂੰ ਹੀ ਪ੍ਰਤਾੜਿਤ ਕੀਤਾ ਜਾ ਰਿਹਾ, ਉਹਨਾਂ ਨੂੰ ਉਜਾੜਿਆ ਜਾ ਰਿਹਾ ਅੱਜ ਬਿਲਕੁਲ ਉਸੇ ਤਰਜ਼ ਤੇ ਜਿਵੇਂ ਗੁਜਰਾਤ ਦੇ ਵਿੱਚ ਭੁੱਜ 'ਚੋਂ ਜਿਨ੍ਹਾਂ ਕਿਸਾਨਾਂ ਨੇ ਜ਼ਮੀਨਾਂ ਉੱਥੇ ਆਬਾਦ ਕੀਤੀਆਂ, ਬੁਲਾਇਆ ਗਿਆ ਸੀ, ਤੇ ਜਦੋਂ ਆਬਾਦ ਹੋ ਗਈਆਂ ਹੁਣ ਉਹਨਾਂ ਨੂੰ ਕਹਿੰਦੇ ਜਾਓ। ਮੋਦੀ ਖੁਦ ਉਹਨਾਂ ਨੂੰ ਉੱਥੋਂ ਉਜਾੜਨ ਦੇ ਵਿੱਚ ਸ਼ਾਮਿਲ ਹੈਗਾ ਆ। ਉਹ ਕੰਮ ਨਹੀਂ ਹੋਣਾ ਚਾਹੀਦਾ। ਬਿਲਕੁਲ, ਪਹਿਲਾਂ 31 ਮਈ ਦਾ ਸਮਾਂ ਦਿੱਤਾ ਗਿਆ ਸੀ, ਹੁਣ 1 ਜੂਨ ਦਾ ਸਮਾਂ ਦਿੱਤਾ ਗਿਆ, ਮਹੀਨਾ ਵਧਾ ਦਿੱਤਾ ਗਿਆ ਕਿ ਜਿਹੜੀਆਂ ਜਾਂਚ ਪੜਤਾਲ ਕੀਤੀ ਜਾਊਗੀ ਉਸ ਹਿਸਾਬ ਨਾਲ ਇਹ ਜ਼ਮੀਨਾਂ ਤੇ ਜੋ ਸ਼ਾਮਲਾਟ ਦੀ ਜ਼ਮੀਨ ਨੇ, ਪੰਚਾਇਤੀ ਜ਼ਮੀਨਾਂ ਨੇ, ਉਸ ਦੇ ਉੱਤੇ ਕਬਜ਼ਾ ਕੀਤਾ ਜਾਵੇਗਾ। ਜਿਹੜੀ ਨਜਾਇਜ਼ ਲੋਕਾਂ ਵੱਲੋਂ ਕੀਤੀ, ਕਿਸਾਨਾਂ ਵੱਲੋਂ ਕੀਤੀ ਗਈ ਹੈ। ਕੁਲਦੀਪ ਧਾਲੀਵਾਲ ਜੀ ਦਾ ਬਿਆਨ ਆਉਂਦਾ ਸਾਹਮਣੇ, ਇਹ ਕਿਵੇਂ ਦੇਖਦੇ ਹੋ? ਫਿਰ ਦੇਖੋ, ਇਹ ਦੁੱਖ ਦੀ ਗੱਲ ਆ ਕਿ ਪਿੰਡਾਂ 'ਚ ਇਹ ਪ੍ਰਚਾਰਿਆ ਜਾ ਰਿਹਾ ਕਿ ਜ਼ਮੀਨਾਂ ਦੇ ਦਿਓ। ਜੇ ਤੁਸੀਂ 50 ਸਾਲ ਦੇ ਬੈਠੇ ਆ, ਜੇ ਆਪਣੇ ਆਪ ਨਾ ਦਿੱਤੀਆਂ ਤੇ 50 ਸਾਲ ਦਾ ਮਾਲੀਆ ਤੁਹਾਡੇ ਤੋਂ ਲਾਂਗੇ। ਧਮਕਾਉਂਦੇ ਆ, ਬਲੈਕਮੇਲ ਕਰ ਰਹੇ ਆ, ਹੱਥ ਹੋ ਗਈ ਆ। ਭਈ ਇਹ ਕਾਨੂੰਨ ਅੱਜ ਬਣਿਆ, ਸ਼ੁਰੂ ਅੱਜ ਕੀਤਾ, ਤੁਸੀਂ ਮਾਮੇ ਲੱਗਦੇ ਆ 50 ਸਾਲ ਦਾ। ਜਿਹੜਾ ਕਿਸੇ ਦਾ ਪਿਛਲੀਆਂ ਪੀੜ੍ਹੀਆਂ ਦਾ ਤੁਸੀਂ ਕਿਸੇ ਤੋਂ ਪੈਸਾ ਕਿੱਥੋਂ ਲੈ ਲਓਗੇ ਵੀ? ਉਹ ਤੇ ਅੱਜ ਦਾ ਲੋਕਾਂ ਕੋਲੋਂ ਕਰਜ਼ੇ ਚੜੇ ਹੋਏ ਆ। ਅੱਜ ਜਿਹੜਾ ਵਾਹ ਰਿਹਾ ਉਹਦੇ ਕੋਲ, ਕਿਸੇ ਕੋਲ 20 ਲੱਖ ਸਿਰ ਤੇ ਕਰਜ਼ਾ, ਕਿਸੇ ਕੋਲ 10 ਲੱਖ ਸਿਰ ਤੇ ਕਰਜ਼ਾ ਚੜਿਆ, ਵੀ ਉਹ ਤੇ ਪਹਿਲਾਂ ਹੀ ਕਰਜ਼ੇ 'ਚ, ਉਹਨਾਂ ਤੋਂ ਹੋਰ 50 ਸਾਲ ਦਾ ਕਿੱਥੋਂ ਕਰ ਲਓਗੇ? ਸਰਕਾਰਾਂ ਦੇ ਕੰਮ ਆ। ਕਮੇਟੀਆਂ ਬਣਾਉਣ ਜਾਂ ਨਾ ਬਣਾਉਣ, ਇੰਨੀ ਗੱਲ ਸਮਝ ਲੈਣ, ਜੇ ਲੋਕਾਂ ਦੇ ਗਲੇ ਨੂੰ ਹੱਥ ਪਾਓਗੇ, ਲੋਕ ਪਹਿਲਾਂ ਹੀ ਬੜੇ ਦੁਖੀ ਆ, ਨਾ ਪਰੇਸ਼ਾਨ ਕਰੋ। ਸਰਕਾਰ ਇਹ ਗੱਲ ਕਹਿੰਦੀ ਵੀ ਅਸੀਂ ਰੋਟੀ ਨਹੀਂ ਖੋਣਾ ਚਾਹੁੰਦੇ ਛੋਟੇ ਕਿਸਾਨਾਂ ਦੀ, ਵੀ ਅਸੀਂ ਕਿਸਾਨਾਂ ਦੇ ਨਾਲ ਆ। ਫਿਰ ਕੀ ਇਹ ਜੋ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਲਗਾਤਾਰ? ਜੇ ਕਿਸਾਨਾਂ ਦੇ ਨਾਲ ਸੀ ਤੇ ਪਹਿਲਾਂ ਸਾਰਾ ਸਰਵੇ ਕਰਕੇ ਦੱਸਣਾ ਚਾਹੀਦਾ ਸੀ ਕਿ ਇੰਨੀ ਜ਼ਮੀਨ ਜਿਹੜੀ ਹੈ ਆਮ ਬੰਦਿਆਂ ਕੋਲ ਆ, ਇੰਨੀ ਜ਼ਮੀਨ ਲੈਂਡ ਮਾਫੀਏ ਕੋਲ ਆ। ਜਿਵੇਂ ਸਾਡਾ ਸੈਂਡ ਤੇ ਬਜਰੀ, ਰੇਤਾ ਬਜਰੀ ਮਾਫੀਆ ਆ, ਇਹ ਮਾਫੀਏ ਕੋਲ ਆ। ਇੰਨਾ ਜਿਹੜਾ ਅਰਬਨ ਦੇ ਸ਼ਹਿਰਾਂ ਦੇ ਚਾਰੇ ਚਫੇਰੇ ਬੜੇ ਬੜੇ ਬਿਲਡਰਾਂ ਨੇ ਜ਼ਮੀਨ ਜਿਹੜੀ ਦੱਬੀ ਹੋਈ ਆ, ਉਹ ਸਾਰਾ ਸਰਵੇ ਕਰਕੇ, ਕਲੀਅਰ ਕਰਕੇ, ਕਿਸਾਨਾਂ ਨਾਲ ਬੈਠ ਕੇ ਕਿ ਇੰਨੀ ਜ਼ਮੀਨ ਤੁਹਾਡੇ ਕਿਸਾਨ ਵੀਰਾਂ ਕੋ, ਅਸੀਂ ਉਹਨੂੰ ਹੱਥ ਨਹੀਂ ਲਾ ਰਹੇ। ਇੰਝ ਚੱਲਣਾ ਚਾਹੀਦਾ। ਕਾਹਲੀ ਕਾਹਦੀ ਸੀ? ਅੱਜ ਦੇ 5 ਸਾਲ ਪਏ ਆ। ਤੁਸੀਂ
ਹੁਣ ਜਦੋਂ ਧੱਕਾ ਲੱਗਦਾ ਫਿਰ ਇਹਨਾਂ ਨੂੰ ਹੋਸ਼ ਆਉਂਦੀ, ਫਿਰ ਕਮੇਟੀਆਂ ਬਣਦੀਆਂ, ਫਿਰ ਹੋਰ ਕੁਝ ਕਰਦੇ, ਅਸੀਂ ਆਹ ਨਹੀਂ ਕਰਾਂਗੇ, ਆਹ ਨਹੀਂ ਕਰਾਂਗੇ। ਭਾਈ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਡਿਜ਼ਾਈਨ ਹੁੰਦਾ, ਸਟੱਡੀ ਹੁੰਦੀ, ਪਲੈਨਿੰਗ ਹੁੰਦੀ ਆ, ਫੈਕਚੁਅਲ ਗੱਲਾਂ ਹੁੰਦੀਆਂ, ਫਿਰ ਤੁਸੀਂ ਐਕਸ਼ਨ ਲੈਂਦੇ। ਇਹ ਕੀ ਕਰਦੇ ਆ, ਉਹ ਜਿਸ ਤਰ੍ਹਾਂ ਆਮ ਜੱਟ ਦੀ ਬੁੱਧੀ ਹੁੰਦੀ ਆ, ਓਏ ਮਾਰਦੇ ਫਿਰ ਵੇਖੀ ਜਾਊ ਬਾਅਦ ਵਿੱਚ ਕੀ ਹੋਣਾ, ਜਦੋਂ ਬੰਦਾ ਮਰ ਜਾਂਦਾ ਫਿਰ ਝੋਲੀ 'ਚ ਪੈਸੇ ਭਰ ਕੇ ਥਾਣੇ ਤੁਰੇ ਫਿਰਦੇ, ਧੱਕੇ ਖਾਂਦੇ ਵੀ ਆਹ ਪੈਸੇ ਲੈ ਲਓ, ਸਾਡਾ ਕੇਸ। ਇਹ ਕੰਮ ਨਾ ਕਰੋ, ਇਹ ਬਿਲਕੁਲ ਉਸ ਤਰੀਕੇ ਨਾਲ ਕਰ ਰਹੇ। ਅਕਲ ਦਾ ਕੰਮ ਕਰੋ। ਸਰਕਾਰਾਂ ਉਸ ਤਰੀਕੇ ਨਾਲ ਨਹੀਂ ਚੱਲਦੀਆਂ ਵੀ ਪਹਿਲਾਂ ਐਕਸ਼ਨ ਕਰੋ, ਫਿਰ ਉਹਨੂੰ ਦੇਖੋ ਵੀ ਹੁਣ ਇਹਦਾ ਕੀ ਕਰੀਏ, ਫਸ ਗਏ ਆ, ਪਹਿਲਾਂ ਪਲਾਨ ਕਰੋ। ਨਜਾਇਜ਼ ਜ਼ਮੀਨਾਂ ਦੀ ਗੱਲ ਕੀਤੀ ਜਾਏ, ਨਿਊ ਚੰਡੀਗੜ੍ਹ ਦੀ ਗੱਲ ਕੀਤੀ ਜਾਏ, ਮੁੱਲਾਪੁਰ ਦੀ ਗੱਲ ਕੀਤੀ ਜਾਏ, ਬਹੁਤ ਨਜਾਇਜ਼ ਜ਼ਮੀਨਾਂ ਦੱਬੀਆਂ ਹੋਈਆਂ, ਮੋਟੇ ਮਗਰਮੱਛ ਜਿਹਨੂੰ ਕਿਹਾ ਜਾਂਦਾ ਆ, ਉਸ ਵੱਲ ਸਰਕਾਰ ਕਿਉਂ ਨਹੀਂ ਧਿਆਨ ਦੇ ਰਹੀ ਫਿਰ ਇਸ ਟਾਈਮ? ਨਹੀਂ, ਮੈਂ ਤੇ ਤੁਸੀਂ ਬਿਲਕੁਲ ਸਹੀ ਕਹਿੰਦੇ, ਮੈਂ ਤਾਂ ਖੁਦ ਕਹਿੰਦਾ, ਮੈਂ ਪਹਿਲਾਂ ਵੀ ਮੀਡੀਆ ਦੇ ਵਿੱਚ ਕਹਿੰਦਾ ਕਿ ਉਹ ਇੰਨੀ ਜ਼ਿਆਦਾ ਜ਼ਮੀਨ ਆ, ਉਹਦੀ ਵੈਲਿਊ ਇੰਨੀ, ਮਾਰਕੀਟ ਵੈਲਿਊ ਇੰਨੀ ਹੈ ਕਿ 1.5-2 ਲੱਖ ਕਰੋੜ ਰੁਪਈਆ ਸਰਕਾਰ ਨੂੰ ਆ ਸਕਦਾ। ਸ਼ੁਰੂ ਇੱਥੋਂ ਕਰਨਾ ਚਾਹੀਦਾ ਸੀ। ਜੇ ਇਹ ਵੱਡਿਆਂ ਤੋਂ ਸ਼ੁਰੂ ਕਰਦੇ, ਵੱਡੇ ਬੰਦਿਆਂ ਤੋਂ, ਤੇ ਇੱਕ ਤੇ ਇਹਨਾਂ ਦੀ ਬੱਲੇ ਬੱਲੇ ਬੜੀ ਹੁੰਦੀ, ਇੱਕ ਇਹ ਪਤਾ ਲੱਗਦਾ ਵੀ ਇਹ ਸੱਚੀ ਆਮ ਆਦਮੀ ਦੀ ਸਰਕਾਰ ਹੈ। ਇਹਦੇ ਵੱਡੇ ਜਿਹੜੇ ਬੰਦੇ ਆ, ਕੋਈ ਰਿਟਾਇਰਡ IG ਆ, ਕੋਈ DGP ਆ, ਕੋਈ ਵਿਜੀਲੈਂਸ ਦਾ ਆ, ਕੋਈ ਲੀਡਰ ਆ, ਕੋਈ ਕੁਛ ਆ, ਕੋਈ ਕੁਛ ਆ, ਉਹਨਾਂ ਸਾਰਿਆਂ ਤੋਂ ਜ਼ਮੀਨਾਂ ਖੋਹ ਰਿਹਾ ਤੇ ਸਾਨੂੰ ਮਿਲਣਗੀਆਂ। ਲੋਕ ਐਂ ਸੋਚਦੇ ਵੀ ਇੱਥੇ ਬਸਤੀਆਂ ਬਣਨਗੀਆਂ, ਇੱਥੇ ਘਰ ਬਣਨਗੇ, ਇੱਥੇ ਪਲਾਟ ਕੱਟੇ ਜਾਣਗੇ। ਇਹ ਉਲਟੇ ਪਾਸਿਓਂ ਚੱਲੇ ਆ। ਦੇ ਦਿਓ, ਨਹੀਂ ਤਾਂ ਤੁਹਾਨੂੰ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ, ਜੇਲ੍ਹ 'ਚ ਸੁੱਟ ਦਿਆਂਗੇ, ਧਮਕੀਆਂ ਦਿੰਦੇ ਆ, ਬਲੈਕਮੇਲ ਕਰਦੇ ਆ। ਇਹ ਨਹੀਂ ਕੰਮ, ਇਹ ਸਰਕਾਰਾਂ ਦਾ ਕੰਮ ਨਹੀਂ। ਔਰ ਮੈਂ ਇੱਕ ਲਾਸਟ ਗੱਲ ਕਹਿ ਦਿਆਂ, ਮੈਂ ਥੱਕ ਗਿਆ। ਉਹ ਗੱਲ ਇਹ ਹੈ, ਜ਼ਮੀਨ ਕਦੀ ਕਿਸੇ ਦੇ ਬਾਪ ਦੀ ਨਹੀਂ ਹੁੰਦੀ। ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ 1793 ਤੋਂ ਪਹਿਲਾਂ ਜਦੋਂ ਪਰਮਾਨੈਂਟ ਸੈਟਲਮੈਂਟ ਹੋਈਆਂ, ਜ਼ਮੀਨ ਨਿੱਜੀ ਜਾਇਦਾਦ ਨਹੀਂ ਸੀ ਭਾਰਤ ਵਿੱਚ। ਜ਼ਮੀਨ ਹਮੇਸ਼ਾ ਇਸ ਤਰ੍ਹਾਂ ਸੀਗੀ ਕਿ ਜਿਹੜਾ ਵਾਲੇ ਉਹਦੀ ਹੀ ਜ਼ਮੀਨ ਆ। ਤੇ ਹੁਣ ਹੁਣ ਇਹ ਸਾਡੀ ਗੱਲ ਕਹਿਣੀ ਹੈ ਕਿ ਜ਼ਮੀਨ ਰੱਬ ਦੀ ਹੈਗੀ ਹੈ, ਤੇ ਇਸ ਲਈ ਤੁਸੀਂ ਉਸ ਨੂੰ ਪ੍ਰਾਈਵੇਟਾਈਜ਼ ਨਾ ਕਰੋ, ਤੇ ਜ਼ਮੀਨ ਨੂੰ, ਲੋਕਾਂ ਦੀ ਜ਼ਮੀਨ, ਰੱਬ ਦੀ ਬਣਾਈ ਜ਼ਮੀਨ ਲੋਕਾਂ ਕੋਲ ਰਹਿਣ ਦਿਓ। ਆਖਰੀ ਸਵਾਲ ਹੈ ਮੇਰਾ, ਵਿਜੇ ਸਿੰਗਲਾ ਨੂੰ ਕਿਵੇਂ ਦੇਖਦੇ ਹੋ, ਜੋ ਕਿ ਹੁਣ ਸਾਬਕਾ ਸਿਹਤ ਮੰਤਰੀ ਸੀਗੇ, ਹੁਣ ਭ੍ਰਿਸ਼ਟਾਚਾਰ ਨੂੰ ਲੈ ਕੇ ਜੇਲ੍ਹ ਦੇ ਵਿੱਚ ਬੈਠੇ ਨੇ, ਕਿਵੇਂ ਦੇਖਦੇ ਹੋ? ਉਹ ਨਹੀਂ, ਦੇਖੋ, ਜ਼ਿਆਦਾਤਰ ਲੋਕਾਂ ਨੂੰ ਇਹ ਲੱਗਦਾ ਕਿ ਤਮਾਸ਼ਾ ਹੈਗਾ ਆ, ਤੇ ਸਾਨੂੰ ਇੰਝ ਲੱਗਦਾ ਆ ਕਿ ਇਹ ਉਹੀ ਗੱਲ ਨਿਕਲਣੀ ਆ ਜਿਹੜਾ ਅਸੀਮ ਅਹਿਮਦ ਖਾਨ ਦੀ ਨਿਕਲੀ ਸੀਗੀ, ਕਿ ਬਾਅਦ ਵਿੱਚ 4 ਸਾਲ ਬਾਅਦ ਉਹਨੇ ਜੱਫੀ ਪਾ ਲਈ, ਕਹਿੰਦੇ ਸਾਡੇ ਕੋਲ ਗਲਤ ਹੋ ਗਿਆ ਸੀਗਾ। ਤੇ ਉਹ ਲੱਗਦਾ ਸੰਗਰੂਰ ਵਾਲੀ ਚੋਣਾਂ ਦਾ ਡਰਾਮਾ ਆ ਜ਼ਿਆਦਾ। ਸੋ ਸਾਫ਼ ਤੌਰ 'ਤੇ ਮੈਂ ਸੀਗਾ ਮਜੀਦ ਸਿੰਘ ਪ੍ਰੋਫੈਸਰ ਸੀਗੇ, ਜੋ ਸਾਫ਼ ਤੌਰ 'ਤੇ ਕਹਿਣਾ ਹੈ ਜ਼ਮੀਨੀ ਪੱਧਰ ਦੀ ਗੱਲ ਕੀਤੀ ਜਾਵੇ, ਸੋ ਉਹਨਾਂ ਦਾ ਕਹਿਣਾ ਹੈ ਕਿ ਇਹ ਸਰ ਕਿਸਾਨਾਂ ਨੂੰ ਧੱਕਾ ਕੀਤਾ ਜਾ ਰਿਹਾ, ਜੋ ਕਿ ਕਿਸਾਨਾਂ ਨੂੰ ਜ਼ਮੀਨਾਂ ਉਹਨਾਂ ਦੀ ਬਣਦਾ ਹੱਕ ਉਹਨਾਂ ਦਿੱਤਾ ਜਾਵੇਗਾ। ਹੁਣ ਕੈਮਰਾਮੈਨ ਸੰਦੀਪ ਦੇ ਨਾਲ ਗੁਰਪ੍ਰੀਤ ਆਉਂਦੇ ਆ ਮੋਹਾਲੀ।